प्यारे विद्यार्थियों, एक बार फिर ਤੁਹਾਡੇ ਸਾਹਮਣੇ ਲੈ ਕੇ ਆਏ ਹਾਂ 9ਵੀਂ ਜਮਾਤ ਦਾ ਪਾਠ ਨੰਬਰ 8 ਗਤੀ। ਇਹਦੇ ਵਿੱਚ ਅਸੀਂ ਅੱਜ ਪੜਾਂਗੇ ਵੇਗ ਬਾਰੇ, ਔਸਤ ਵੇਗ ਬਾਰੇ ਪੜਾਂਗੇ। ਵੇਗ ਕੀ ਹੁੰਦਾ ਹੈ? ਆਪਾਂ ਨੇ ਪਿਛਲੇ ਲੈਕਚਰ ਦੇ ਵਿੱਚ ਪੜਿਆ ਸੀਗਾ ਵੀ ਚਾਲ ਬਰਾਬਰ ਹੈ ਦੂਰੀ ਬਟੇ ਸਮਾਂ। ਦੂਰੀ ਬਟੇ ਸਮਾਂ। ਹੁਣ ਜੇ ਆਪਾਂ ਇੱਥੇ ਵੇਗ ਦੀ ਗੱਲ ਕਰਾਂਗੇ ਤਾਂ ਵੇਗ ਕੀ ਹੋ ਜਾਏਗਾ? ਵੇਗ ਦੇ ਵਿੱਚ ਕੀ ਫਰਕ ਹੋ ਜਾਏਗਾ? बस इत्थे वेग बराबर है दूरी किसी खास दिशा विच, किसी खास दिशा विच दूरी बटे समा। यानी कि लगभग सेम चीज़ां ने ये कि जदों दूरी नूं आपां किसी खास दिशा विच मापांगे तां ये बन जाएगा तुहाडे कोल वेग। या आपां ये भी कह सकते हैं भी जदों खास दिशा विच आपां दूरी ਨੂੰ ਮਾਪਦੇ ਆ ਤਾਂ ਇਹਨੂੰ ਬੋਲਦੇ ਆਪਾਂ ਵਿਸਥਾਪਨ। ਕੀ ਬੋਲਦੇ ਆ ਆਪਾਂ? ਵਿਸਥਾਪਨ। ਵਿਸਥਾਪਨ ਬਟੇ ਸਮਾਂ। ਇੰਗਲਿਸ਼ ਬੋਲਦੇ ਆ ਡਿਸਪਲੇਸਮੈਂਟ ਓਵਰ ਟਾਈਮ। ਡਿਸਪਲੇਸਮੈਂਟ ਬਟੇ ਜਾਂ ਓਵਰ ਟਾਈਮ। ਡਿਸਪਲੇਸਮੈਂਟ ਓਵਰ ਟਾਈਮ ਇਹ ਬਣ ਜਾਂਦਾ ਬਈ ਵੇਗ। ਜਦੋਂ ਵੇਗ दूरी ਨੂੰ ਕਿਸੇ ਖਾਸ ਦਿਸ਼ਾ ਵਿੱਚ ਮਾਪਾਂਗੇ ਤਾਂ ਇਹ ਬਣ ਜਾਂਦਾ ਬਈ ਵੇਗ। ਜਦੋਂ ਚਾਲ ਦੇ ਵਿੱਚ ਦੂਰੀ ਨੂੰ ਕਿਸੇ ਖਾਸ ਦਿਸ਼ਾ ਵਿੱਚ ਮਾਪਾਂਗੇ ਤਾਂ ਇਹ ਬਣ ਜਾਂਦਾ ਵੇਗ। ਹੁਣ ਵੇਗ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਔਸਤ ਵੇਗ। ਔਸਤ ਵੇਗ ਦੀ। ਔਸਤ ਵੇਗ ਮੰਨ ਲਓ ਆਰੰਭਿਕ ਵੇਗ ਕਿਸੇ ਵਸਤੂ ਦਾ। ਆਰੰਭਿਕ ਵੇਗ मान लेंगे ਆਪਾਂ u। ਆਰੰਭਿਕ ਵੇਗ ਨੂੰ ਹਮੇਸ਼ਾ ਛੋਟੇ u ਦੇ ਨਾਲ ਦਰਸਾਉਂਦੇ ਆ। ਇਹ ਧਿਆਨ ਰੱਖਣਾ, ਬਾਰ-ਬਾਰ ਇਹਦੀ ਲੋੜ ਪੈਣੀ ਅੱਗੇ। ਤੇ ਅੰਤਿਮ ਵੇਗ ਇਸ ਨੂੰ v ਦੇ ਨਾਲ ਦਰਸਾਉਂਦੇ ਆ। ਇਹਦੀ ਵੀ ਲੋੜ ਪੈਣੀ ਹੈ ਬਾਰ-ਬਾਰ। ਜਦੋਂ ਅਸੀਂ ਔਸਤ ਵੇਗ ਕਰਨਾ ਹੈ, ਔਸਤ ਵੇਗ ਕਿਸ ਦੇ ਬਰਾਬਰ ਹੁੰਦਾ ਹੈ ਜੀ? ਔਸਤ ਵੇਗ ਬਰਾਬਰ ਹੈ ਆਰੰਭਿਕ ਵੇਗ ਜਮਾ ਅੰਤਿਮ ਵੇਗ ਬਟੇ ਸਮਾਂ। ਸਮਾਂ मतलब टाइम टी। आरंभिक वेग जमा बटे टाइम्स 2। आरंभिक वेग प्लस अंतिम वेग बटे 2 ਨੂੰ 2 ਨਾਲ ਭਾਗ ਕਰ ਦੋ, ਤੁਹਾਡੇ ਕੋਲ ਔਸਤ ਵੇਗ ਜਿਹੜਾ ਹੈ ਵੀ ਉਹ ਆ ਜਾਏਗਾ। ਇਸ ਤਰੀਕੇ ਨਾਲ ਅਸੀਂ ਔਸਤ ਵੇਗ ਪਤਾ ਕਰ ਸਕਦੇ ਹਾਂ। ਵੇਗ ਬਾਰੇ ਪੜਿਆ ਆਪਾਂ ਨੇ, ਔਸਤ ਵੇਗ ਬਾਰੇ ਪੜਿਆ। ਤੇ ਆਓ ਹੁਣ ਆਪਾਂ ਇਸ ਤੁਹਾਡੀ ਕਿਤਾਬ ਦੇ ਦਿੱਤੇ ਹੋਏ ਕੁਝ ਕੁਐਸਚਨ ਨੇ ਉਹਨਾਂ ਨੂੰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾ ਜਿਹੜਾ ਪ੍ਰਸ਼ਨ ਹੈਗਾ ਤੁਹਾਡੀ ਕਿਤਾਬ ਦੇ ਵਿੱਚ ਪੇਜ ਨੰਬਰ 114 ਤੇ चाल ਅਤੇ ਵੇਗ ਦੇ ਵਿੱਚ ਅੰਤਰ ਦੱਸਣਾ ਆਪਾਂ ਨੇ। ਚਾਲ ਤੇ ਵੇਗ ਦੇ ਵਿੱਚ ਅੰਤਰ। ਹੁਣ ਆਪਾਂ ਪੜ੍ਹ ਕੇ ਹਟੇ ਆ ਵੀ ਚਾਲ, ਪਹਿਲਾ ਚਾਲ ਬਰਾਬਰ ਹੈ ਦੂਰੀ ਬਟੇ ਸਮਾਂ। ਤੇ ਇਹਦੇ ਵਿੱਚ ਕੀ ਹੈ ਵੀ ਵੇਗ ਬਰਾਬਰ ਹੈ ਵਿਸਥਾਪਨ ਬਟੇ ਸਮਾਂ। ਪਹਿਲਾ ਅੰਤਰ ਤੇ ਇਹੀ ਹੈ। नंबर 2, दूरी अपन को पता भी दूरी कभी जीरो नहीं हो सकती, तो इस करके जो चाल है, चाल कभी भी जीरो नहीं हो सकती। अपन को भी पता है भी विस्थापन जीरो हो सकता है, तो इस करके वेग भी जीरो हो सकता है। वेग जीरो हो सकता है, चाल कभी जीरो नहीं हो सकती। नंबर 3 की गल करिए, चाल कदे ऋणात्मक नहीं हो सकती, ये माइनस दे विच नहीं हो सकती। नंबर 3, चार कदे भी माइनस दे विच नहीं हो सकती, ऋणात्मक नहीं हो सकती। पंजाबी जी चलो लिख लेने आप, ऋणात्मक नहीं हो सकती। ते यह ऋणात्मक हो सकती है, ऋणात्मक हो सकती है, ऋणात्मक हो सकती है। ते अगला जो अंतर है इहदे च भी जिहड़ी चाल है वो एक स्केलर राशि हैगी है। ये स्केलर है, स्केलर वैक्टर बारे में अपने पढ़िया सीगा। स्केलर हैगी है ते ये हैगी है वैक्टर। ये चार अंतर सीगे, इन्हां दे विच आपां चार अंतर आपां ये लिख सकते हैं। ते इस तो बाद अगला हैगा स्वै चलित वाहन का ओडोमीटर की मापदा है। दस्सिया सी आपां नूं ओडोमीटर की मापदा भी तय की गई दूरी मापदा है। इसका उत्तर यह है किहड़ियां अवस्थावां विच औसत वेग की मात्रा उस चाल के बराबर होती है? ਜਦੋਂ कोई वस्तु सीधी रेखा में चलती है तो उस टाइम उसकी औसत वेग ते औसत चाल दोनों बराबर होंगे ने। एक क्वेश्चन हो रहा है तुहाडे कोल दिता होया, ਜਦੋਂ वस्तु एक समान गति विच हुंदी है तो उसका मार्ग किहो जिहा दिखाई दिंदा है?
ਤਾਂ ਉਸ ਦਾ ਮਾਰਗ ਹਮੇਸ਼ਾ ਸਰਲ ਰੇਖਾ ਵਰਗਾ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਇੱਕ ਨਿਊਮੈਰੀਕਲ ਦਿੱਤਾ ਹੋਇਆ ਤੁਹਾਡੇ ਦੇ ਵਿੱਚ। ਨਿਊਮੈਰੀਕਲ ਕੀ ਹੈ? ਇੱਕ ਪ੍ਰਯੋਗ ਦੇ ਦੌਰਾਨ ਪੁਲਾੜ ਤੋਂ ਇੱਕ ਸਿਗਨਲ ਨੂੰ ਧਰਤੀ ਤੱਕ ਪੁੱਜਣ ਲਈ 5 ਮਿੰਟ ਦਾ ਸਮਾਂ ਲੱਗਦਾ ਹੈ। ਸਮਾਂ ਮਤਲਬ t 5 ਮਿੰਟ ਹੈ। ਪਹਿਲਾਂ ਤੇ 5 ਮਿੰਟ ਦਿੱਤਾ ਹੋਇਆ, ਇਸ ਨੂੰ ਆਪਾਂ ਸੈਕਿੰਡਾਂ 'ਚ ਬਦਲਾਂਗੇ। 5 × 60 ਕਰਕੇ ਇਹ ਤੁਹਾਡੇ ਕੋਲ ਆ ਗਿਆ 300 ਸੈਕਿੰਡ ਦਾ, ਕਿਉਂਕਿ 1 ਮਿੰਟ ਵਿੱਚ ਕਿੰਨੇ ਸੈਕਿੰਡ ਹੁੰਦੇ ਨੇ ਜੀ? 60 ਹੁੰਦੇ ਨੇ। 60 ਸੈਕਿੰਡਾਂ ਵਿੱਚ ਬਦਲ ਲਿਆ। ਫਿਰ ਇਸ ਤੋਂ ਬਾਅਦ ਧਰਤੀ ਦੇ ਸਥਿਤ ਸਟੇਸ਼ਨ ਤੋਂ ਪੁਲਾੜ ਦੀ ਦੂਰੀ ਕਿੰਨੀ ਹੈ? ਦੂਰੀ ਆਪਾਂ ਨੇ ਪਤਾ ਕਰਨੀ ਹੈ। ਤੇ ਪ੍ਰਕਾਸ਼ ਦੀ ਚਾਲ ਦਿੱਤੀ ਹੋਈ ਹੈ ਆਪਾਂ ਨੂੰ। ਪ੍ਰਕਾਸ਼ ਦੀ ਚਾਲ ਬਰਾਬਰ ਹੈ 3 × 10⁻8 ਮੀਟਰ ਪ੍ਰਤੀ ਸੈਕਿੰਡ। ਆਪਾਂ ਨੂੰ ਇਹ ਚਾਲ ਦਿੱਤੀ ਹੋਈ ਹੈ। ਹੁਣ ਇਹਦੇ ਨਾਲ ਆਪਾਂ ਨੇ ਇਹ ਦੂਰੀ ਕਰਨੀ ਹੈ। ਆਪਾਂ ਨੂੰ ਪਤਾ ਹੈ ਕਿ ਚਾਲ ਕਿਹਦੇ ਬਰਾਬਰ ਹੁੰਦੀ ਹੈ? ਚਾਲ ਬਰਾਬਰ ਹੈ ਦੂਰੀ ਬਟੇ ਸਮਾਂ। ਹੁਣ ਦੇਖੋ ਜੀ, ਚਾਲ ਕਿੰਨੀ ਦਿੱਤੀ ਹੋਈ ਆਪਾਂ ਨੂੰ? 3 × 10⁻8 ਮੀਟਰ ਪ੍ਰਤੀ ਸੈਕਿੰਡ। ਤੇ ਦੂਰੀ ਕਿੰਨੀ ਦਿੱਤੀ ਹੋਈ ਆਪਾਂ ਨੇ? ਕੱਢਣੀ ਹੈ। ਦੂਰੀ ਨਹੀਂ ਦਿੱਤੀ ਹੋਈ। ਸਮਾਂ ਦਿੱਤਾ ਹੋਇਆ ਆਪਾਂ ਨੂੰ 300 ਸੈਕਿੰਡ। ਤੇ ਹੁਣ ਆਪਾਂ ਕੀ ਕਰਾਂਗੇ? ਇੱਥੇ ਵੀ ਕਾਟੀ ਗੁਣਾ ਕਰਾਂਗੇ, ਕ੍ਰੋਸ ਮਲਟੀਪਲੀਕੇਸ਼ਨ ਕਰਾਂਗੇ। ਕ੍ਰੋਸ ਮਲਟੀਪਲਾਈ ਕਰਕੇ ਤੁਹਾਡੇ ਕੋਲ ਦੇਖੋ ਵੀ 300 ਨੇ ਨਾਲ ਗੁਣਾ ਕਰਨਾ ਹੈ। 3 × 10⁻8 ਤੇ ਹੈ ਹੀ ਸੀਗਾ, ਗੁਣਾ 300 ਆ ਗਿਆ, ਬਰਾਬਰ ਆ ਜਾਏਗਾ ਤੁਹਾਡੇ ਕੋਲ ਵੀ ਦੂਰੀ, ਜਾਂ ਦੂਰੀ ਬਰਾਬਰ ਹੈ 300 ਨੂੰ 3 ਨਾਲ ਗੁਣਾ ਕਰਕੇ ਕਿੰਨਾ ਆ ਗਿਆ ਤੁਹਾਡੇ ਕੋਲ? 900 ਗੁਣਾ 10⁻8 ਮੀਟਰ। ਦੂਰੀ ਨੂੰ ਮੀਟਰਾਂ 'ਚ ਮਾਪਦੇ ਆ। ਹੁਣ 9 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ ਬਈ? 9 × 10⁻2 ਲਿਖ ਸਕਦੇ ਆ। 10⁻2 ਦਾ ਮਤਲਬ ਕੀ ਹੁੰਦਾ ਬਈ? 10 × 10 ਬਰਾਬਰ ਹੈ 100, यानी कि 100 × 9 करके 900 बन गया। 9 लिख सकते हैं अपन 9 × 10⁻2 ਤੇ ਗੁਣਾ 10⁻8 ਤੇ ਇਹਨੂੰ ਕਰੋ ਹੱਲ। 9 × 10 ਜਦੋਂ ਆਧਾਰ ਬਰਾਬਰ ਹੋਣ ਤੇ ਗੁਣਾ ਦਾ ਨਿਸ਼ਾਨ ਹੋਵੇ ਤਾਂ ਜਿਹੜੀ ਤਾਕਤਾਂ ਨੇ ਘਾਤਾਂਕ ਨੇ ਇਹਨਾਂ ਦਾ ਜੋੜ ਹੁੰਦਾ ਹੈ, ਯਾਨੀ ਕਿ 2 + 8 ਕਰ ਦਾਂਗੇ। ਇਹ ਯਾਨੀ ਕਿ ਤੁਹਾਡੇ ਕੋਲ 9 × 10 ਮੀਟਰ ਜਿਹੜਾ ਹੈਗਾ ਉੱਤਰ ਆਵੇ। ਇੰਨੀ ਦੂਰੀ ਤੇ ਇਹ ਹੋਏਗਾ। ਇਸ ਤਰੀਕੇ ਨਾਲ ਆਪਾਂ ਨਿਊਮੈਰੀਕਲ ਹੈ ਕੋਈ ਵੀ ਉਹ ਪਤਾ ਕਰ ਸਕਦੇ ਹਾਂ। ਤੇ ਇਸ ਤੋਂ ਬਾਅਦ ਆਪਾਂ ਨੇ ਪੜ੍ਹਨਾ ਹੈ ਵੇਗ ਵਿੱਚ ਪਰਿਵਰਤਨ ਦੀ ਦਰ। ਵੇਗ ਵਿੱਚ ਪਰਿਵਰਤਨ ਦੀ ਦਰ ਪੜਾਂਗੇ। ਵੇਗ ਵਿੱਚ ਪਰਿਵਰਤਨ ਦੀ ਦਰ, ਇਹਨੂੰ ਪ੍ਰਵੇਗ ਕਹਿੰਦੇ ਆ। ਆਪਾਂ ਪ੍ਰਵੇਗ ਬਾਰੇ ਪੜਾਂਗੇ। ਵੇਗ ਵਿੱਚ ਪਰਿਵਰਤਨ ਦੀ ਦਰ ਨੂੰ ਕੀ ਕਹਿੰਦੇ ਆਪਾਂ ਪ੍ਰਵੇਗ ਕਹਿੰਦੇ ਆ। ਵੀ ਜਦੋਂ ਵੇਗ ਬਦਲਦਾ ਹੋਵੇ, ਸਮੇਂ ਦੇ ਨਾਲ ਨਾਲ ਵੇਗ ਬਦਲੇ ਤਾਂ ਉਸਨੂੰ ਕੀ ਬੋਲਦੇ ਨੇ ਆਪਾਂ ਵੀ ਪ੍ਰਵੇਗ। ਪ੍ਰਵੇਗ ਤੇ ਇੰਗਲਿਸ਼ ਬੋਲਦੇ ਨੇ ਇਸਨੂੰ ਐਕਸਲਰੇਸ਼ਨ। ਐਕਸਲਰੇਸ਼ਨ ਇਜ਼ ਇਕੁਅਲ ਟੂ, ਇਹ ਹੁੰਦਾ ਵੀ ਵੇਗ ਬਟੇ ਸਮਾਂ। ਵੇਗ ਬਟੇ ਸਮਾਂ, ਯਾਨੀ ਕਿ ਵੈਲੋਸਿਟੀ ओवर टाइम। वेलोसिटी ओवर टाइम की ਤੁਹਾਡੇ ਕੋਲ ਬਈ ਪ੍ਰਵੇਗ ਹੈ। ਜਦੋਂ ਸਮੇਂ ਦੇ ਨਾਲ ਨਾਲ ਕਿਸੇ ਵਸਤੂ ਦਾ ਵੇਗ ਪਰਿਵਰਤਨ ਹੁੰਦਾ ਉਹਨੂੰ ਆਪਾਂ ਪ੍ਰਵੇਗ ਕਹਿੰਦੇ ਆ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਉਂਦਾ। ਇੱਕ ਟ੍ਰੇਨ ਹੈ, ਆ ਸਟੇਸ਼ਨ ਤੋਂ, ਇਹ ਸਟੇਸ਼ਨ ਹੈ, ਸਟੇਸ਼ਨ ਤੋਂ ਟ੍ਰੇਨ ਨੇ ਚੱਲਣਾ ਸ਼ੁਰੂ ਹੋਇਆ। ਜਦੋਂ ਚੱਲਣਾ ਸ਼ੁਰੂ ਹੋਇਆ, ਜੋ ਖੜੀ ਸੀ ਪਹਿਲਾਂ ਤੇ ਉਸ ਦਾ ਆਰੰਭਿਕ ਵੇਗ ਕਿੰਨਾ ਸੀਗਾ? आरंभिक वेग यानी कि u कितना सीगा भाई? 0। ਜਦੋਂ ਚੱਲਣਾ ਸ਼ੁਰੂ ਕਰਦੇ ਫਿਰ ਹੌਲੀ ਹੌਲੀ ਸਪੀਡ ਵਧਦੀ ਹੈ। ਹੌਲੀ ਸਪੀਡ ਵਧਦੀ ਹੈ ਨਾ, ਤਾਂ ਅੰਤ ਵਿੱਚ ਜਾ ਕੇ ਇੱਕ ਸਮਾਨ ਸਪੀਡ ਨਾਲੋਂ ਭੱਜਣਾ ਸ਼ੁਰੂ ਕਰ ਦਿੰਦੀ ਹੈ। ਮੰਨ ਲਓ ਉਹਦਾ ਅੰਤਿਮ ਵੇਗ ਹੋ ਗਿਆ, ਅੰਤਿਮ ਵੇਗ ਉਹਨੂੰ v ਕਹਿੰਦੇ ਆ ਨਾ ਆਪਾਂ। ਸਪੋਜ਼ ਕਰੋ ਉਹ 100 ਕਿਲੋਮੀਟਰ ਪ੍ਰਤੀ ਘੰਟਾ ਹੋ। ਇਹਨੂੰ ਉਰੇ ਤੱਕ ਜਾਣ ਦੇ ਵਿੱਚ ਸਪੋਜ਼ ਕਰਦੇ ਆਪਾਂ 1 ਘੰਟਾ ਲੱਗਿਆ, ਯਾਨੀ ਕਿ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਿੱਚ ਜਾਣ ਦੇ ਵਿੱਚ ਉਹਨੂੰ ਕਿੰਨਾ ਲੱਗਾ? ਘੰਟਾ। 1 ਘੰਟੇ ਵਿੱਚ ਉਹਦਾ ਵੇਗ ਪਰਿਵਰਤਿਤ ਹੋ ਗਿਆ। ਵੇਗ ਪਹਿਲਾਂ 0 ਸੀਗਾ, 0 ਤੋਂ ਪਰਿਵਰਤਿਤ ਹੋ ਕੇ 100 ਕਿਲੋਮੀਟਰ ਪ੍ਰਤੀ ਘੰਟਾ ਦਾ ਵੇਗ ਹੋ ਗਿਆ। ਕਿੰਨੇ ਘੰਟੇ ਵਿੱਚ ਹੋਈ? 1 ਘੰਟੇ ਵਿੱਚ। ਤਾਂ ਇਹਦਾ ਪਰ ਪ੍ਰਵੇਗ ਕਿੰਨਾ ਹੋਏਗਾ? ਪ੍ਰਵੇਗ ਜਿਵੇਂ ਆਪਾਂ ਕਹਿ ਰਹੇ ਹਾਂ ਵੇਗ ਵਿੱਚ ਪਰਿਵਰਤਨ ਦੀ ਦਰ, ਯਾਨੀ ਕਿ ਅੰਤਿਮ ਵੇਗ
यानी कि v माइनस शुरुआती वेग यानी कि u बटे समा समा कितना ਦਿੱਤਾ ਹੋਇਆ ਜੇ ਆਪਾਂ ਨੂੰ ਸਮਾਂ मतलब t ਲਿਖ ਦਿੰਦੇ ਆ ਫਿਲਹਾਲ ਤੇ ਆਪਾਂ ਤੇ ਪ੍ਰਵੇਗ ਨੂੰ ਦਿਖਾਣੇ ਹੁੰਦੇ ਆਪਾਂ a ਦੇ ਨਾਲ ਛੋਟੇ a ਦੇ ਨਾਲ ਪ੍ਰਵੇਗ ਨੂੰ ਦਿਖਾਣੇ ਹੁੰਦੇ ਆ ਤਾਂ ਜੇ ਆਪਾਂ ਇਸ ਨੂੰ क्रॉस मल्टीप्लाई करेंगे a बराबर है v माइनस u बटे t काटी गुणा कर देंगे ਆਪਾਂ ਇਸ ਨੂੰ काटी गुणा करते ਆਪਾਂ ਇੱਧਰ ਆ ਜਾਈਏ ਚਲੋ ਇਹਨੂੰ ਸਾਫ਼ ਨਹੀਂ ਕਰਦੇ काटी गुणा करो ਬੱਚੇ ਇਸ ਨੂੰ ਇਹਨਾਂ ਦੋਨਾਂ ਨੂੰ a ਨੂੰ t ਨਾਲ ਗੁਣਾ ਕਰਕੇ ਕਿੰਨਾ ਬਣ ਗਿਆ ਜੀ ਤੁਹਾਡੇ ਕੋਲ 80 बराबर है v माइनस u ਜਾਂ u ਨੂੰ ਇੱਧਰ ਲਿਆਓ 80 प्लस u बराबर है v ਜਾਂ ਆਪਾਂ ਇਸ ਨੂੰ ਲਿਖ ਸਕਦੇ ਹਾਂ v ਬਰਾਬਰ ਹੈ u plus 80 ਇਹ ਤੁਹਾਡੀ ਗਤੀ ਦੀ ਪਹਿਲੀ ਸਮੀਕਰਨ ਹੈ ਗਤੀ ਦੀ ਪਹਿਲੀ ਸਮੀਕਰਨ ਬਣ ਗਈ v ਬਰਾਬਰ ਹੈ u plus 80 ਹੁਣ ਆਪਾਂ ਇਹ ਗੱਲ ਕਰ ਰਹੇ ਸੀਗੇ ਇੱਥੇ ਆਨੇ ਹੁਣ ਇਹਦੇ ਪਹਿਲੀ ਸਮੀਕਰਨ ਵੀ ਬਣਾਤੇ ਤੁਹਾਨੂੰ ਗਤੀ ਦੀ ਪਹਿਲੀ ਸਮੀਕਰਨ v ਬਰਾਬਰ ਹੈ u plus 80 ਆਪਾਂ ਇਹ ਗੱਲ ਕਰ ਰਹੇ ਸੀਗੇ ਕਿ ਵਸਤੂ ਆਰੰਭਿਕ ਵੇਗ ਤੋਂ 0 ਤੋਂ 0 ਤੋਂ 100 ਹੋ ਗਿਆ 1 ਘੰਟੇ ਵਿੱਚ ਜੇ ਆਪਾਂ ਇਹਦਾ ਪ੍ਰਵੇਗ ਕੱਢਾਂਗੇ ਤਾਂ ਕਿੰਨਾ ਆ ਜਾਏਗਾ ਤੁਹਾਡੇ ਕੋਲ 100 अंतिम वेग माइनस शुरुआती वेग बटे समा 1 घंटा टाइम बन गया तो 100 मीटर पर सेकंड स्क्वायर बन गया क्योंकि सेकंड दो सॉरी घंटा से ना किलोमीटर से सॉरी किलोमीटर ते आवर का स्क्वायर बन गया ठीक है स्क्वायर बन जाएगा ते जे मीटर कटांगे तो मीटर दे विच भी इसदी है यूनिट ਆਪਾਂ लिख सकते हैं मीटर मीटर ते फिर जे मीटर च कटांगे दी यूनिट बन जाएगी मीटर पर सेकंड स्क्वायर ਤੇ ਆਪਾਂ ਇਹ ਵੀ ਸਿੱਖਾਂਗੇ ਵੀ ਇਹਨੂੰ ਕਿਵੇਂ ਘੰਟਿਆਂ ਦੇ ਵਿੱਚ ਬਦਲਣਾ ਤੇ ਇਹਦਾ ਪ੍ਰਵੇਗ ਲਗਾਤਾਰ ਵੱਧ ਰਿਹਾ ਤੇ ਇਸ ਕਰਕੇ ਇਹਦਾ ਪ੍ਰਵੇਗ ਹੋ ਗਿਆ ਪੋਜ਼ਿਟਿਵ ਜੇ ਹੁਣ ਟ੍ਰੇਨ ਚੱਲ ਰਹੀ ਹੈ ਤੇ ਆਪਾਂ ਉਸ ਨੂੰ ਬ੍ਰੇਕ ਲਗਾਉਣ ਦੀ ਕੋਸ਼ਿਸ਼ ਬ੍ਰੇਕ ਲਗਾਉਂਦੇ ਆ ਤੇ ਹੌਲੀ ਹੌਲੀ ਬ੍ਰੇਕ ਲਗਾ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਤਾਂ ਪਹਿਲਾਂ 100 ਕਿਲੋਮੀਟਰ ਮੰਨ ਲਓ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੀ ਸੀ ਬ੍ਰੇਕ ਲਗਾਈ ਹੌਲੀ ਹੌਲੀ 100 ਤੋਂ ਹੁਣ ਬ੍ਰੇਕ ਲਗਾਉਣ ਤੋਂ ਬਾਅਦ ਅਲਟੀਮੇਟਲੀ ਸਟੇਸ਼ਨ ਤੇ ਜਾ ਕੇ ਰੁਕ ਜਾਏਗੀ ਤੇ ਉਹਦਾ ਅੰਤਿਮ ਵੇਗ ਕਿੰਨਾ ਹੋ ਜਾਏਗਾ ਬਈ 0 ਇਹ ਸ਼ੁਰੂਆਤੀ ਵੇਗ ਹੋ ਗਿਆ ਇਹਦੇ ਹੁਣ ਤੇ ਅੰਤਿਮ ਵੇਗ ਕਿੰਨਾ ਹੋ ਗਿਆ ਬਈ 0 ਤੇ ਇਸ ਨੂੰ ਬੋਲਦੇ ਆਪਾਂ 네ਗੇਟਿਵ ਐਕਸਲਰੇਸ਼ਨ ऋणात्मक ਪ੍ਰਵੇਗ ਇਹਨੂੰ ਬੋਲਦੇ ਆਪਾਂ ਬਈ ऋणात्मक ਪ੍ਰਵੇਗ ਜਾਂ 네ਗੇਟਿਵ ਐਕਸਲਰੇਸ਼ਨ इसमें नेगेटिव एक्सेलरेशन बोलते हैं इन्हें रिटार्डेशन भी बोल देते हैं आप इंग्लिश ਦੇ ਵਿੱਚ रिटार्डेशन ਜਦੋਂ ਪ੍ਰਵੇਗ 0 ਪਹੁੰਚੇ ਸ਼ੁਰੂ ਦੇ ਵਿੱਚ ਕੁਝ ਹੋਰ ਹੋਏਗਾ ਤਾਂ ਅੰਤ ਵਿੱਚ ਉਹਦਾ ਪ੍ਰਵੇਗ ਜ਼ੀਰੋ ਕਿੰਨਾ ਬਣ ਜਾਵੇ 0 ਤਾਂ ਉਸਨੂੰ ਆਪਾਂ ਕੀ ਬੋਲਦੇ ਆ ਰਿਟਾਰਡੇਸ਼ਨ ਇਹ ਸੀਗਾ ਤੁਹਾਡਾ ਗਤੀ ਦੀ ਪਹਿਲੀ ਸਮੀਕਰਨ ਬਾਰੇ ਵੇਗ ਵਿੱਚ ਪਰਿਵਰਤਨ ਦੀ ਦਰ ਬਾਰੇ ਅਗਲੇ ਲੈਕਚਰ ਦੇ ਵਿੱਚ ਆਪਾਂ ਬਾਕੀ ਦੋ ਸਮੀਕਰਨਾਂ ਪੜਾਂਗੇ ਉਦੋਂ ਤੱਕ ਧੰਨਵਾਦ।